ਤਾਂ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਫੈਸਲਾ ਲਿੱਤਾ ਗਿਆ ਕਿ ਈ ਰਿਕਸ਼ਾ ਬੰਦ ਕੀਤੇ ਜਾਣ। ਜਿੱਦਾਂ ਹੀ ਇਹ ਖਬਰ ਈ ਰਿਕਸ਼ਾ ਚਾਲਕਾਂ ਤੱਕ ਪਹੁੰਚਦੀ ਹੈ ਤਾਂ ਇੱਕ ਵੱਡਾ ਇਕੱਠ ਜਿਹੜਾ ਵਾ ਉਹ ਕਾਰਪੋਰੇਸ਼ਨ ਦਫ਼ਤਰ ਪਹੁੰਚਦਾ ਹੈ ਤਾਂ ਇੱਕ ਮੀਟਿੰਗ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਸਿੱਟਾ ਕੀ ਨਿਕਲਿਆ? ਸਾਡੇ ਨਾਲ ਸੰਦੀਪ ਰਿਸ਼ੀ ਜੀ ਮੌਜੂਦ ਨੇ, ਕਾਰਪੋਰੇਸ਼ਨ ਕਮਿਸ਼ਨਰ। ਸਰ ਕੀ ਕਹਿਣਾ ਚਾਹੁੰਦੇ ਜੇ? ਪਹਿਲਾਂ ਤਾਂ ਜਿਹੜੀ ਗੱਲ ਤੁਸੀਂ ਕਹੀ ਕਿ ਈ ਰਿਕਸ਼ਾ ਬੰਦ ਕੀਤੇ, ਇਹ ਈ ਰਿਕਸ਼ਾ ਬੰਦ ਕੀਤੇ ਗਏ, ਇਹੋ ਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਸਾਡੇ ਵੱਲੋਂ। ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਜਿਹੜੀ ਹੈ, ਦੋਵਾਂ ਵੱਲੋਂ ਰਾਹੀ ਸਕੀਮ ਜਿਹੜੀ ਹੈ ਉਹਦੇ ਵਿੱਚ ਪੁਰਾਣੇ ਡੀਜ਼ਲ ਆਟੋ ਜਿਹੜੇ 10 ਸਾਲ ਤੋਂ ਵੱਧ ਪੁਰਾਣੇ ਸਮੇਂ ਜਿਹੜੇ ਚੱਲ ਰਹੇ ਨੇ, ਖਾਸ ਤੌਰ ਤੇ 15 ਸਾਲ ਤੋਂ ਵੱਧ ਜਿਹੜੇ ਪੁਰਾਣੇ ਚੱਲ ਰਹੇ, ਉਹਨਾਂ ਨੂੰ ਰਿਪਲੇਸ ਕਰਕੇ ਰਾਹੀ ਸਕੀਮ ਦੇ ਵਿੱਚ ਉਹਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। 1.25 ਲੱਖ ਰੁਪਇਆ, 15,000 ਰੁਪਏ ਸਕ੍ਰੈਪਿੰਗ ਫੀਸ ਦਿੱਤੀ ਜਾ ਰਹੀ ਹੈ। ਸੋ ਜਿਹੜੇ ਵੀ ਡੀਜ਼ਲ ਆਟੋ ਚਾਲਕ ਜਿਹੜੇ ਨੇ ਆਪਣਾ ਰਿਕਸ਼ਾ ਜਿਹੜਾ ਹੈ ਚੇਂਜ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਇਸ ਸਬਸਿਡੀ ਸਕੀਮ ਵਿੱਚ ਲਿਆ ਰਹੇ ਹਾਂ। ਔਰ ਗਵਰਨਮੈਂਟ ਆਫ ਇੰਡੀਆ ਵੱਲੋਂ ਸਬਸਿਡੀ ਹੈ, ਸਮਾਰਟ ਸਿਟੀ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ। ਸੋ ਇਹਦੇ ਵਿੱਚ 1.25 ਲੱਖ ਰੁਪਏ ਦਾ ਉਹਨੂੰ ਫਾਇਦਾ ਹੈ। ਇਸ ਤੋਂ ਬਿਨਾਂ ਉਹਦੇ ਜਿਹੜੇ ਚਾਲਕ ਦੇ ਜਿਹੜੇ ਵਾਈਫ ਹੈ ਜਾਂ ਬੱਚੀ ਹੈ ਕੋਈ, ਉਹ ਸਾਡੇ ਕੋਲ ਫ੍ਰੀ ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਜਿਹੜੀ ਹੈ ਉਹ ਲੈ ਸਕਦੀ ਹੈ। ਉਹ ਚਾਹੇ ਕਟਿੰਗ, ਟੇਲਰਿੰਗ, ਕੰਪਿਊਟਰ ਆਪਰੇਟਰ, ਇਹ ਸਾਰੀਆਂ ਜਿਹੜੀਆਂ ਅਸੀਂ ਜਿਹੜੀਆਂ ਸਕੀਮਾਂ ਹੈ ਉਹ ਰੱਖੀਆਂ ਹੋਈਆਂ ਨੇ। ਇਸ ਤੋਂ ਬਿਨਾਂ ਈ ਆਟੋ ਜਿਹੜੇ ਰਿਕਸ਼ਾ ਚਾਲਕ ਨੇ, ਉਹਨਾਂ ਨੂੰ ਅਸੀਂ ਗੌਰਮੈਂਟ ਆਫ ਇੰਡੀਆ ਦੀਆਂ ਔਰ ਗੌਰਮੈਂਟ ਆਫ ਪੰਜਾਬ ਦੀਆਂ ਵੱਖ-ਵੱਖ ਸਕੀਮਾਂ ਉਹਦੇ ਵਿੱਚ ਨਾਲ ਇਨਰੋਲ ਕਰ ਰਹੇ ਹਾਂ। ਚਾਹੇ ਉਹ ਪੀਐਮ ਆਵਾਸ ਯੋਜਨਾ ਹੈ, ਚਾਹੇ ਉਹ ਨਿਊਲਮ ਹੈ। ਇਸ ਤੋਂ ਬਿਨਾਂ ਸਵੱਛ ਭਾਰਤ ਮਿਸ਼ਨ ਦੇ ਵਿੱਚ ਕੋਈ ਜੇ ਹਾਊਸ ਹੋਲਡ ਲੈਟਰਿਨ ਬਣਨੀ ਹੈ, ਔਰ ਜਿਹੜਾ ਉਹਨਾਂ ਦਾ ਰਾਸ਼ਨ ਕਾਰਡ ਹੈ, ਉਹ ਸਾਰੀਆਂ ਸਕੀਮਾਂ ਜਿਹੜੀਆਂ ਅਸੀਂ ਉਹ ਦਵਾ ਰਹੇ ਹਾਂ। ਜਿਹੜੀ ਇਹ ਚੀਜ਼ ਈ ਰਿਕਸ਼ਾ ਦੇ ਸੰਬੰਧ ਦੇ ਵਿੱਚ ਅੱਜ ਮੇਰੇ ਕੋਲ ਜਿਹੜੀਆਂ ਯੂਨੀਅਨਾਂ ਜਿਹੜੀਆਂ ਸੀ ਉਹ ਆਈਆਂ ਸੀ ਇੱਥੇ, ਮਿਸਟਰ ਮਨਦੀਪ ਮੰਨਾ ਨਾਲ ਆਏ ਸੀ ਉਹਨਾਂ ਦੇ। ਸੋ ਮੈਂ ਉਹਨਾਂ ਨੂੰ ਇਹ ਬਿਲਕੁਲ ਕਲੀਅਰ ਕੀਤਾ ਹੈ ਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਰਕਾਰ ਨੇ ਬਣਾਏ ਨਿਯਮ ਹਨ, ਕਾਨੂੰਨ ਨੇ, ਉਹਨਾਂ ਦੀ ਪਾਲਣਾ ਕੀਤੀ ਜਾਵੇ। ਈ ਰਿਕਸ਼ਾ ਨੂੰ ਰਜਿਸਟਰ ਕਰਾਉਣਾ ਲਾਜ਼ਮੀ ਹੈ। ਈ ਰਿਕਸ਼ਾ ਔਰ ਈ ਆਟੋ ਵੱਖ-ਵੱਖ ਚੀਜ਼ਾਂ ਨੇ। ਅਸੀਂ ਸਮਾਰਟ ਸਿਟੀ ਵੱਲੋਂ ਈ ਆਟੋ ਜਿਹੜਾ ਹੈ ਉਹਨੂੰ ਪ੍ਰਮੋਟ ਕਰ ਰਹੇ ਹਾਂ। ਈ ਰਿਕਸ਼ਾ ਜਿਹੜਾ ਹੈ ਉਹ ਥੋੜ੍ਹੀ ਘੱਟ ਪਾਵਰ ਵਾਲੀ ਚੀਜ਼ ਹੈ, ਸਸਤਾ ਹੈ, ਲੇਕਿਨ ਉਹਦੀ ਡਿਊਰੇਬਿਲਿਟੀ ਘੱਟ ਹੈਗੀ ਆ, ਉਹਦੀ ਖਿੱਚਣ ਦੀ ਪਾਵਰ ਜਿਹੜੀ ਆ ਉਹ ਵੀ ਘੱਟ ਹੈਗੀ ਆ। ਸੋ ਅਸੀਂ ਜਿਹੜਾ ਅਸੀਂ ਪ੍ਰਮੋਟ ਕਰ ਰਹੇ ਹਾਂ ਸਮਾਰਟ ਸਿਟੀ ਵੱਲੋਂ ਈ ਰਿਕਸ਼ਾ, ਈ ਆਟੋ ਪ੍ਰਮੋਟ ਕਰ ਰਹੇ ਹਾਂ। ਈ ਰਿਕਸ਼ਾ ਚਾਲਕਾਂ ਨੂੰ ਕਿਤੇ ਇਹ ਭੁਲੇਖਾ ਲੱਗਿਆ ਕਿ ਪਤਾ ਨਹੀਂ ਸਾਡਾ ਈ ਰਿਕਸ਼ਾ ਬੰਦ ਕਰ ਦੇਣ ਲੱਗੇ ਆ। ਮੈਂ ਉਹਦੇ ਵਿੱਚ ਸਿਰਫ ਉਹਨਾਂ ਨੂੰ ਇਹੋ ਦੱਸਣਾ ਚਾਹੁੰਦਾ ਕਿ ਅਸੀਂ ਕਿਸੇ ਨੂੰ ਬੰਦ ਨਹੀਂ ਕਰ ਰਹੇ। ਅਸੀਂ ਸਿਰਫ ਤੇ ਸਿਰਫ ਜਿਹੜੀਆਂ ਇਨਫੋਰਸਮੈਂਟ ਏਜੰਸੀਜ਼ ਆ ਸਾਡੀਆਂ ਜਿਹੜੀਆਂ, ਚਾਹੇ ਉਹ ਆਰਟੀਏ ਨੇ, ਆਰਟੀ ਸਾਹਿਬ ਨੇ, ਜਾਂ ਜਿਹੜੇ ਆਪਣੇ ਟ੍ਰੈਫਿਕ ਪੁਲਿਸ ਹੈ, ਉਹਨਾਂ ਨੂੰ ਅਸੀਂ ਇਹੋ ਕਿਹਾ ਕਿ ਤੁਸੀਂ ਆਪਦੀ ਇਨਫੋਰਸਮੈਂਟ ਜਿਹੜੀ ਆ ਉਹ ਕਰੋ ਤਾਂ ਕਿ ਕੋਈ ਵੀ ਵਿਅਕਤੀ ਇਲੀਗਲ ਵਾਹਨ ਨਾ ਚਲਾ ਸਕੇ। ਇਲੀਗਲ ਵਾਹਨ ਦਾ ਮਤਲਬ ਹੈ ਬਿਨਾਂ ਰਜਿਸਟ੍ਰੇਸ਼ਨ ਵਾਲਾ। ਸੋ ਉਹਨਾਂ ਨੇ ਆਪਣੀਆਂ ਦੱਸੀਆਂ ਮੁਸ਼ਕਲਾਂ ਕਿ ਸਾਡੇ ਬਹੁਤੇ ਵਹੀਕਲ ਜਿਹੜੇ ਨੇ ਉਹ ਅਨਰਜਿਸਟਰਡ ਨੇ। ਦੇਖੋ, ਜਿਹੜੀ ਚੀਜ਼ ਕਾਨੂੰਨ ਵੱਲੋਂ ਗਲਤ ਹੈ ਤਾਂ ਕਾਨੂੰਨ ਵੱਲੋਂ ਗਲਤ, ਸਾਨੂੰ ਕਾਨੂੰਨ ਵੱਲੋਂ ਕਹਿਣਾ ਹੀ ਪਏਗਾ ਕਿ ਜੇ ਗਲਤ ਚੀਜ਼ ਹੈ ਇਹਨੂੰ ਬੰਦ ਕੀਤਾ ਜਾਵੇ। ਸੋ ਅਸੀਂ ਸਿਰਫ ਤੇ ਸਿਰਫ ਜਿਹੜੀਆਂ ਇਨਫੋਰਸਮੈਂਟ ਅਥਾਰਟੀਜ਼ ਆ ਉਹਨਾਂ ਨੂੰ ਅਸੀਂ ਲਿਖਿਆ ਸੀ ਕਿ ਦੇਖੋ, ਤੁਸੀਂ 15 ਸਾਲ ਤੋਂ ਪੁਰਾਣੇ ਜਿਹੜੇ ਡੀਜ਼ਲ ਆਟੋ ਚੱਲ ਰਹੇ ਨੇ ਸ਼ਹਿਰ ਦੇ ਵਿੱਚ, ਜਿਹੜੇ ਚੱਲ ਨਹੀਂ ਸਕਦੇ, ਉਹਨਾਂ 'ਤੇ ਵੀ ਕਾਰਵਾਈ ਕਰੋ। ਜਿਹੜੇ ਈ ਰਿਕਸ਼ਾ ਜਿਹੜੇ ਚੱਲ ਰਹੇ ਨੇ, ਅਨਰਜਿਸਟਰਡ ਚੱਲ ਰਹੇ ਨੇ, ਬਿਨਾਂ ਕੋਈ ਟੈਕਸ ਪੇ ਕੀਤੇ ਚੱਲ ਰਹੇ ਨੇ, ਉਹਨਾਂ 'ਤੇ ਵੀ ਕਾਰਵਾਈ ਕਰੋ। ਸੋ ਅਸੀਂ ਇਹਨਾਂ ਨੂੰ, ਇਹਨਾਂ ਦੀਆਂ ਪ੍ਰੋਬਲਮਾਂ ਸੀ, ਇਹਨਾਂ ਨੇ ਸਾਨੂੰ ਦੱਸੀਆਂ ਅੱਜ ਕਿ ਸਾਡੇ ਰਿਕਸ਼ਾ ਪੁਰਾਣਾ ਸਮੇਂ ਤੋਂ ਚੱਲ ਰਹੇ ਆ। ਸਾਨੂੰ ਜਦੋਂ ਅਸੀਂ ਉਹਦੀ ਰਜਿਸਟ੍ਰੇਸ਼ਨ ਕਰਾਉਣ ਜਾਂਦੇ ਹਾਂ ਤਾਂ ਪੁਰਾਣਾ ਬਕਾਇਆ ਵੀ ਮੰਗਿਆ ਜਾਂਦਾ ਹੈ, ਪੁਰਾਣਾ ਟੈਕਸ ਵੀ ਮੰਗਿਆ ਜਾਂਦਾ ਹੈ, ਔਰ ਰਜਿਸਟ੍ਰੇਸ਼ਨ ਦੇ ਸਮੇਂ ਫਾਈਨ ਵੀ ਮੰਗਿਆ ਜਾਂਦਾ ਹੈ। ਜੋ ਕਾਨੂੰਨ ਦੇ ਅਨੁਸਾਰ ਬਣਿਆ ਹੋਇਆ ਉਸੇ ਤਰੀਕੇ ਨਾਲ ਵੀ ਮੰਗ ਰਹੇ। ਸੋ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਆਪਣੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਆਪਣੀ ਜਿਹੜੀ ਆ ਉਹ ਮਾਨਯੋਗ ਮੰਤਰੀ ਸਾਹਿਬ ਨੂੰ ਦੇਣ। ਅਸੀਂ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਹੈ, ਉਹਨਾਂ ਨੇ ਵੀ ਕਿਹਾ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਪਾਲਿਸੀ ਬਣਾਈ ਜਾਏਗੀ ਤਾਂ ਕਿ ਇਹਨਾਂ ਦਾ ਪੁਰਾਣਾ ਬਕਾਇਆ ਜਿਹੜਾ ਉਹਦੇ ਸੰਬੰਧ 'ਚ ਕੋਈ ਫੈਸਲਾ ਲਿਆ ਜਾ ਸਕੇ। ਸੋ ਆਰਟੀਏ ਸਾਹਿਬ ਨੇ ਵੀ ਉਹਨਾਂ ਦਾ ਜਿਹੜਾ ਹੈਗਾ ਰਿਪਰੈਜ਼ੈਂਟੇਸ਼ਨ ਆ ਉਹ ਪਹਿਲਾਂ ਵੀ ਭੇਜੀ ਹੋਈ ਆ। ਉਹ ਕਹਿੰਦੇ, ਉਹਨਾਂ ਨੇ ਕਿਹਾ ਕਿ ਮੈਂ ਦੁਬਾਰਾ ਵੀ ਇਸ ਰਿਪਰੈਜ਼ੈਂਟੇਸ਼ਨ ਨੂੰ ਦੁਬਾਰਾ ਸਰਕਾਰ ਨੂੰ ਭੇਜਾਂਗਾ ਤਾਂ ਕਿ ਕੋਈ ਪਾਲਿਸੀ ਡਿਸੀਜਨ ਲਿਆ ਜਾ ਸਕੇ। ਅੱਛਾ ਸਰ, ਤੁਸੀਂ ਕਹਿ ਰਹੇ ਜੇ ਕਿ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਜਿਹੜਾ ਈ ਰਿਕਸ਼ਾ ਬਦਲਣਾ ਚਾਹੁੰਦਾ ਉਹ ਬਦਲ ਲੇ। ਕੀ ਅਸੀਂ ਬਦਲਣਾ ਚਾਹੁੰਦਾ ਹੈ ਬਦਲ ਲੇ ਉਹ ਕਹਿ ਰਹੇ ਹਾਂ, ਜਾਂ ਫਿਰ ਅਸੀਂ ਕਹਿੰਦੇ ਕਿ ਬਦਲਣਾ ਹੀ ਪਵੇਗਾ? ਨਹੀਂ, ਦੇਖੋ, ਡੀਜ਼ਲ ਆਟੋ ਜਿਹੜੇ 15 ਸਾਲ ਤੋਂ ਪੁਰਾਣੇ ਨੇ ਉਹ ਤੇ ਬਿਲਕੁਲ ਚੱਲ ਨਹੀਂ ਸਕਦੇ। ਉਹ ਅਸੀਂ ਈ ਰਿਕਸ਼ੇ ਦਾ ਰੋਲ ਥੋੜਾ ਜ਼ਿਆਦਾ, ਅਸੀਂ ਕਹਿ ਸਕਦੇ ਕਿ ਈ ਰਿਕਸ਼ਾ ਵੀ ਪ੍ਰਦੂਸ਼ਣ ਮੁਕਤ ਵਹੀਕਲ ਹੈਗਾ। ਅਸੀਂ ਈ ਰਿਕਸ਼ਾ ਨੂੰ ਇਹ ਨਹੀਂ ਕਹਿ ਰਹੇ ਕਿ ਈ ਰਿਕਸ਼ਾ ਬਦਲ ਕੇ ਸਾਡੇ ਕੋਲ ਆਵੇ, ਕਿਉਂਕਿ ਸਕੀਮ ਜਿਹੜੀ ਹੈ ਡੀਜ਼ਲ ਆਟੋ ਤੋਂ ਈ ਆਟੋ ਲੈਣ ਦੇ ਉੱਤੇ ਹੈਗੀ ਆ। ਉਹਦੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋਏਗੀ ਤਾਂ ਫਿਰ ਉਹਨੂੰ ਸੜਕ ਤੇ ਜੋ ਚੱਲ ਹੀ ਨਹੀਂ ਸਕੇਗਾ ਈ ਰਿਕਸ਼ਾ, ਤੇ ਫਿਰ ਤੇ ਉਹਨੂੰ ਬਦਲਣਾ ਹੀ ਪਏਗਾ। ਦੇਖੋ, ਇਹ ਜਦੋਂ ਅਸੀਂ ਗੱਲ ਕਰ ਰਹੇ ਹਾਂ ਵੀ ਕਾਨੂੰਨ ਦੀ ਪਾਲਣਾ, ਕਾਨੂੰਨ ਸਭ ਲਈ ਇੱਕੋ ਜਿਹਾ, ਚਾਹੇ ਉਹ ਈ ਰਿਕਸ਼ਾ ਚਲਾਉਂਦਾ ਹੈ, ਚਾਹੇ ਡੀਜ਼ਲ ਆਟੋ ਚਲਾਉਂਦਾ ਹੈ,
ਉਹ ਕਾਨੂੰਨ ਦੀ ਪਾਲਣਾ ਕਰਨ। ਕੋਈ ਸ਼ੱਕ ਨਹੀਂ ਸਰ, ਕਾਨੂੰਨ ਸਾਰਿਆਂ ਵਾਸਤੇ ਸੇਮ ਹੈ, ਚਾਹੇ ਕੋਈ ਵੱਡਾ ਅਫਸਰ ਹੈ, ਕੋਈ ਛੋਟਾ, ਚਾਹੇ ਕੋਈ ਆਟੋ ਚਲਾਉਂਦਾ ਹੈ। ਪਰ ਇਹ ਕਾਨੂੰਨ ਪਹਿਲਾਂ ਕਿਉਂ ਲਾਗੂ ਕੀਤਾ? ਜਦੋਂ ਸ਼ੁਰੂਆਤ ਹੋਈ ਸੀ, ਜੇਕਰ ਉਦੋਂ ਹੀ ਅਸੀਂ ਕਹਿ ਦਿੰਦੇ ਕਿ ਨਹੀਂ ਇਹ ਜ਼ਰੂਰੀ ਹੈ, ਉਸ ਤੋਂ ਬਿਨਾਂ ਨਹੀਂ, ਰਜਿਸਟਰ ਤੋਂ ਬਿਨਾਂ ਨਹੀਂ ਕਰ ਸਕਦੇ, ਤਾਂ ਫਿਰ ਉਹ ਸਾਰਾ ਹੱਲ ਹੋ ਜਾਂਦਾ। ਦੇਖੋ ਸਮੇਂ-ਸਮੇਂ ਸਿਰ ਜਦੋਂ 2011-12 ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਨੇ ਨੋਟੀਫਿਕੇਸ਼ਨ ਕੱਢ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਡੀਜ਼ਲ ਔਰ ਪੈਟਰੋਲ ਆਟੋ ਕਿਸੇ ਵੀ ਤਰ੍ਹਾਂ ਦੀ ਰਜਿਸਟ੍ਰੇਸ਼ਨ ਤੇ ਪਾਬੰਦੀ ਲਗਾਤੀ ਸੀ ਉਸ ਵੇਲੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ। ਸੋ ਲੋਕਾਂ ਨੇ ਚੋਰ ਮੋਰੀਆਂ ਲੱਭ ਕੇ ਕਿਸੇ ਨੇ ਨਾਲੇ ਰਜਿਸਟਰ ਕਰਾਉਣਾ ਸ਼ੁਰੂ ਕਰਤਾ, ਕਿਸੇ ਨੇ ਬਾਬੇ ਬਕਾਲੇ ਦਾ ਐਡਰੈਸ ਦੇ ਕੇ ਰਜਿਸਟਰ ਅੰਮ੍ਰਿਤਸਰ ਹੀ ਕਰਾਉਂਦੇ ਸੀ। ਪਰ ਉਹ ਚੱਲਣ ਦਾ ਉਹਨਾਂ ਨੂੰ ਚੱਲਣ ਦੇ ਉੱਤੇ ਅੰਮ੍ਰਿਤਸਰ 'ਚ ਮਨਾਹੀ ਹੈ ਰਜਿਸਟਰ ਕਰਾਉਣ ਤੋਂ ਉਪਰੰਤ, ਕਿਉਂਕਿ ਉਹ ਨਾਲੇ ਹੀ ਚੱਲ ਸਕਦੇ ਨੇ। ਸੋ ਉਹਦੇ ਵਿੱਚ ਇਨਫੋਰਸਮੈਂਟ ਦੀ ਕਮੀ ਸਾਡੇ ਵੱਲੋਂ ਆ। ਸੋ ਅਗੇਨ ਜਦੋਂ ਪੁਲਿਸ ਵੱਲੋਂ ਜਾਂ ਟ੍ਰੈਫਿਕ ਵੱਲੋਂ ਉਸ ਵੇਲੇ ਕਾਰਵਾਈ ਨਹੀਂ ਕੀਤੀ ਗਈ, ਪਰ ਕਾਰਵਾਈ ਦੇਖੋ ਕਾਨੂੰਨ ਬਣਿਆ, ਕਾਨੂੰਨ ਦੀ ਪਾਲਣਾ ਤੇ ਕਰਾਉਣੀ ਬਣਦੀ ਹੈ। ਕਿੰਨੇ ਆਟੋ ਹੋਣਗੇ ਸਰ ਇਸ ਵੇਲੇ? ਈ ਰਿਕਸ਼ਾ ਕਿੰਨੇ ਚੱਲਦੇ ਹੋਣਗੇ ਅੰਮ੍ਰਿਤਸਰ ਦੇ? ਦੇਖੋ ਮੇਰੇ ਅੰਦਾਜ਼ੇ ਨਾਲ ਅੰਮ੍ਰਿਤਸਰ ਦੇ ਵਿੱਚ ਤਕਰੀਬਨ 50,000 ਦੇ ਲੱਗ ਸਕੇ ਈ ਰਿਕਸ਼ਾ ਚੱਲਦੇ ਹੋਣਗੇ। 50,000 ਦੇ ਨਾਲ ਜੇ ਅਸੀਂ 50,000 ਇੱਕ ਈ ਰਿਕਸ਼ੇ ਦੀ ਗੱਲ ਕਰੀਏ ਤਾਂ 5 ਘਰ ਦੇ ਜੀ ਹੋਣ, 50,000 ਦੇ ਨਾਲ 2.5 ਲੱਖ ਬੰਦਾ ਅਸੀਂ ਕਹਿ ਸਕਦੇ। ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਕਿ ਜਦੋਂ ਐਨਫੋਰਸਮੈਂਟ ਕੋਈ ਨਹੀਂ ਹੋ ਰਹੀ, ਕੋਈ ਅਸੀਂ ਕਿਸੇ ਦੇ ਖਿਲਾਫ ਸਖਤੀ ਨਹੀਂ ਕਰ ਰਹੇ, ਤਾਂ ਇਹ ਜਿਹੜਾ ਸਭ ਦੇਖਿਆ ਜਾਂਦਾ ਹੈ ਕਿ ਤੁਸੀਂ ਵੇਖਿਆ ਇਹ ਬਹੁਤੇ ਜਿਹੜੇ ਬੰਦੇ ਆ 5 7 10 ਬੰਦੇ ਜਿਹੜੇ ਇਹਨਾਂ ਦੇ ਆਪਦੇ ਰਿਕਸ਼ੇ ਪਾਏ ਹੋਏ ਆ, ਲੋਕਾਂ ਨੂੰ ਕਿਰਾਏ ਦਿੱਤੇ ਹੋਏ ਨੇ, ਔਰ ਇਹਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਵੀ ਜਿਹੜੇ ਨੇ ਉਹ ਬਾਹਰੋਂ ਆ ਕੇ ਮਜ਼ਦੂਰੀ ਕਰ ਰਹੇ ਨੇ, ਇੱਥੇ ਰਿਕਸ਼ਾ ਚਲਾ ਰਹੇ ਨੇ। ਸੋ ਜਦੋਂ ਕੋਈ ਵੇਖਦਾ ਹੈ ਕਿ ਸਰਕਾਰ ਵੱਲੋਂ ਜਾਂ ਐਨਫੋਰਸਮੈਂਟ ਏਜੰਸੀਜ਼ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਔਰ ਬੜੇ ਆਰਾਮ ਨਾਲ ਇਹ ਚੀਜ਼ ਚੱਲ ਰਹੀ ਆ, ਉਹਦੇ 'ਤੇ ਕੰਟਰੋਲ ਕੋਈ ਨਹੀਂ ਹੈ, ਨੰਬਰ ਫਿਕਸ ਨਹੀਂ ਕੋਈ ਕੀਤਾ ਹੋਇਆ, ਸੋ ਉਹਦੇ ਨਾਲ ਐਡੀ ਵੱਡੀ ਗਿਣਤੀ ਵਿੱਚ ਇਹਦਾ ਵਾਧਾ ਜਿਹੜਾ ਐਕਸਪੈਂਸ਼ਨ ਆ, ਤੁਸੀਂ ਵੇਖੋਗੇ ਕਿ ਬਹੁਤ ਸਾਰੀ ਥਾਵਾਂ ਉੱਤੇ ਈ ਰਿਕਸ਼ਾ ਦਾ ਜਮਾਵੜਾ ਇੰਨਾ ਹੁੰਦਾ ਕਿ ਤੁਸੀਂ ਪੈਦਲ ਲੰਘ ਨਹੀਂ ਸਕਦੇ ਉੱਥੇ, ਖਾਸ ਤੌਰ ਤੇ ਹੈਰੀਟੇਜ ਸਟਰੀਟ ਵਾਲੇ ਪਾਸੇ ਚਲੇ ਜਾਓ। ਹੁਣ ਉੱਥੇ ਇਹਨਾਂ ਦੀ ਐਂਟਰੀ ਬੰਦ ਕੀਤੀ ਹੈ ਪੁਲਿਸ ਨੇ। ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਤਾਂ ਨਹੀਂ ਆਏ ਸੀ, ਆ ਕਦਮ ਚੁੱਕ ਲਿੱਤਾ ਕਿ ਈ ਰਿਕਸ਼ਾ ਰਹਿਣੀ ਨਾ ਤੇ ਗੱਲ ਹੀ ਖਤਮ? ਨਹੀਂ, ਅਸੀਂ ਰਹਿਣ ਵਾਲੀ ਗੱਲ ਨਹੀਂ, ਕਿਉਂਕਿ ਦੇਖੋ ਵੀ ਪੋਲਿਊਟਿੰਗ ਇੰਡਸਟਰੀ ਨਾਨ ਪੋਲਿਊਟਿੰਗ ਵਹੀਕਲ ਹੈਗਾ। ਅਸੀਂ ਸਿਰਫ ਇਹ ਗੱਲ ਕਹਿ ਰਹੇ ਹਾਂ ਵੀ ਉਹ ਵਹੀਕਲ ਜਿਹੜੇ ਆ ਆਪਣਾ ਰਜਿਸਟ੍ਰੇਸ਼ਨ ਕਰਾਉਣ, ਸਰਕਾਰ ਦੀ ਮੁੱਖ ਧਾਰਾ ਚੱਲਣ। ਸਾਡਾ ਜਿਹੜਾ ਈ ਆਟੋ ਜਿਹਨੂੰ ਅਸੀਂ ਸਬਸਿਡੀ ਦੇ ਰਹੇ ਹਾਂ, ਉਹ ਵਿਅਕਤੀ ਆਪ ਦਾ ਰਜਿਸਟ੍ਰੇਸ਼ਨ ਫੀਸ ਵੀ ਪੇ ਕਰ ਰਿਹਾ, ਉਹ ਬੰਦਾ ਆਪ ਦਾ ਟੈਕਸ ਵੀ ਪੇ ਕਰ ਰਿਹਾ, ਉਹਨੇ ਕੀ ਕਸੂਰ ਕੀਤਾ? ਸਪੋਜ਼ ਸਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੀ ਕਿ ਜਿਸ ਤਰ੍ਹਾਂ ਠੇਕੇਦਾਰ ਨੇ ਕਿਸੇ ਨੇ 10 ਪਾਏ, ਕਿਸੇ ਨੇ 20 ਆਟੋ ਪਾਏ, ਇਹ 'ਚ ਕੋਈ ਸ਼ੱਕ ਨਹੀਂ ਹੈ, ਹੈਗੇ ਵੀ ਹੈ, ਨਜ਼ਰ ਵੀ ਆਉਂਦੇ ਸਾਨੂੰ। ਪਰ ਉਹਦੇ ਨਾਲ ਜੇਕਰ ਕਿਸੇ ਨੇ 20 ਆਟੋ ਪਾਏ ਨੇ ਤੇ 20 ਲੋਕ ਉਹਦੇ ਕੋਲ ਰੋਟੀ ਆਪਣੀ ਚਲਾਉਂਦੇ ਪਏ ਨੇ, ਤਾਂ ਉਹ ਕੀ ਕਰਨਗੇ? ਉਹ ਆਪਣੇ ਆਟੋ ਵੇਚ ਦੇਣਗੇ ਜਾਂ ਰੱਖ ਦੇਣਗੇ, ਤਾਂ ਉਹਨਾਂ ਲੋਕਾਂ ਦੀ ਰੋਟੀ ਖਤਮ ਹੋ ਜਾਏਗੀ। ਉਹਦੇ ਵਾਸਤੇ ਕੋਈ ਵਿਚਲਾ ਹੱਲ ਅਸੀਂ ਸੋਚਿਆ, ਜੇ ਬਾਏ ਦੇ ਵੇ ਉਹ ਈ ਰਿਕਸ਼ਾ ਨਹੀਂ ਚਲਾ ਪਾਉਂਦੇ, ਫਿਰ ਉਹਦੇ ਵਾਸਤੇ ਅਸੀਂ ਕੀ ਕਰਨ ਜਾ ਰਹੇ ਹਾਂ? 40,000 ਪਰਿਵਾਰ। ਦੇਖੋ ਉਹਨੇ ਸਿਰਫ ਤੇ ਸਿਰਫ ਕਿੰਨੀ ਕੁ ਚੋਰੀ ਕੀਤੀ ਹੈ? ਜਿਹੜਾ ਈ ਰਿਕਸ਼ਾ ਚਲਾ ਰਿਹਾ ਬੰਦੇ ਨੇ, ਉਹਨੇ ਸਿਰਫ ਇੰਨੀ ਕੁ ਚੋਰੀ ਕੀਤੀ, ਰਜਿਸਟ੍ਰੇਸ਼ਨ ਫੀਸ ਨਹੀਂ ਦਿੱਤੀ ਸਰਕਾਰ ਦੀ, ਤੇ ਸਰਕਾਰ ਦਾ ਟੈਕਸ ਨਹੀਂ ਦੇ ਰਿਹਾ। ਉਹ ਸਰਕਾਰ ਦੀ ਰਜਿਸਟ੍ਰੇਸ਼ਨ ਫੀਸ ਤੇ ਸਰਕਾਰ ਦਾ ਟੈਕਸ ਦੇ ਦੇ, ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਰਹੇ। ਕਿੰਨੀ ਫੀਸ ਤੁਹਾਡੇ ਵੱਲੋਂ ਰੱਖੀ ਗਈ ਤੇ ਇਹ ਕਿੰਨੀ ਕਹਿ ਰਹੇ? ਨਹੀਂ, ਮੈਂ ਗੱਲ ਕਰ ਰਿਹਾ ਵੀ ਜਿਹੜਾ ਰਜਿਸਟ੍ਰੇਸ਼ਨ ਫੀਸ ਆ ਉਹਦੇ ਸਿਰਫ ਤੇ ਜੋ ਸਰਕਾਰ ਨੇ ਫਿਕਸ ਕੀਤੀ 2 ਤੋਂ 3,000 ਦੇ ਵਿਚਕਾਰ ਲੱਗ ਸ਼ਕੇ ਫੀਸ ਹੈਗੀ। ਉਹ ਤੋਂ 10,000 ਕਹਿ ਰਹੇ ਨੇ, ਕਹਿੰਦੇ ਕਿ ਉਹ ਫੀਸ ਹੈਗੀ ਆ। ਉਹ ਕਿਉਂਕਿ 3 4 ਸਾਲ ਇਹਨਾਂ ਨੇ ਰਜਿਸਟਰ ਨਹੀਂ ਕਰਵਾਏ, ਅੱਜ ਜਦੋਂ ਰਜਿਸਟਰ ਕਰਾਉਣ ਜਾਂਦੇ ਉਹਦੀ ਫਾਈਨ ਇੰਨਾ ਬਣਦਾ ਵਾ, ਸੋ 9,000 ਇਸ ਕਰਕੇ ਲੱਗਦਾ ਵਾ। ਸੋ ਜੇ ਪਹਿਲਾਂ ਇਹਨਾਂ ਨੇ ਕਰਾਤਾ ਹੁੰਦਾ ਉਸ ਵੇਲੇ ਤੇ 2,000 ਰੁਪਏ ਫੀਸ ਰਜਿਸਟਰ ਹੋਣਾ ਸੀ। 1500 ਰੁਪਏ ਕਰ ਦਿਓ, ਤਾਂ ਦਿੱਲੀ ਵਿੱਚ ਵੀ 1500 ਚੱਲਦਾ, ਸਾਡਾ ਵੀ 1500 ਕਰ ਦਿਓ। ਤੇ ਇਹ ਸਰਕਾਰ ਦੇ ਜਿਹੜੀ ਹੈ ਟਰਾਂਸਪੋਰਟ ਡਿਪਾਰਟਮੈਂਟ ਦੀ ਪਾਲਿਸੀ ਬਣਨੀ ਹੈ, ਜੋ ਪਾਲਿਸੀ ਫੈਸਲਾ ਲਏਗੀ ਉਸ ਟਰਾਂਸਪੋਰਟ ਡਿਪਾਰਟਮੈਂਟ ਨੇ ਲਾਗੂ ਕਰਨੀ ਹੈ। ਮੈਂ ਤਾਂ ਆਪਦੇ ਸਮਾਰਟ ਸਿਟੀ ਵੱਲੋਂ ਲੋਕਾਂ ਨੂੰ ਇਹੋ ਅਪੀਲ ਕਰਦਾ ਕਿ ਜਿਹੜੇ ਵਿਅਕਤੀ ਪੁਰਾਣਾ ਡੀਜ਼ਲ ਆਟੋ ਚਲਾ ਰਹੇ ਨੇ, ਅੱਜ 15 ਸਾਲ ਪੁਰਾਣੇ ਨੇ, 10 ਸਾਲ ਪੁਰਾਣੇ ਨੇ, ਉਹ ਸਾਡੇ ਕੋਲ ਆਉਣ ਔਰ ਇਸ ਸਕੀਮ ਦਾ ਲਾਭ ਉਠਾਉਣ, ਔਰ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ, ਸਬਸਿਡੀ ਦਾ, ਲੋ ਇੰਟਰਸਟ ਰੇਟ ਦਾ, ਸਕਿੱਲ ਡਿਵੈਲਪਮੈਂਟ ਟ੍ਰੇਨਿੰਗ ਦਾ, ਜਾਂ ਸਰਕਾਰ ਦੀਆਂ ਹੋਰ ਜਿੰਨੀਆਂ ਸਕੀਮਾਂ ਜਿਹੜੀਆਂ ਹੈਗੀਆਂ, ਆਟਾ ਦਾਲ ਸਕੀਮਾਂ, ਦੂਜੀਆਂ ਤੀਜੀਆਂ, ਉਹਨਾਂ ਸਾਰੇ ਸਕੀਮਾਂ ਦਾ ਲਾਭ ਉਠਾਉਣ, ਉਹ ਸਾਡੇ ਕੋਲ ਈ ਆਟੋ ਲੈਣ ਔਰ ਆਪਣਾ ਕੰਮ ਕਰਨ। ਪਰ 3 ਹੀ ਫਰਮਾਂ ਕਿਉਂ? ਇਹ ਵੀ ਸਵਾਲ ਕਿਤੇ ਨਾ ਕਿਤੇ ਚੁੱਕਦੇ ਪਏ ਕਿ ਸਿਰਫ 3 ਫਰਮਾਂ ਨੇ ਜਿਹੜੀ ਆਟੋ ਦੇ ਸਕਦੀਆਂ, ਅਸੀਂ ਹੋਰ ਕੋਈ? ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਈ ਰਿਕਸ਼ਾ ਅੰਮ੍ਰਿਤਸਰ ਦੇ ਵਿੱਚ ਚੱਲ ਰਹੇ ਨੇ, ਇਹ ਮੈਜੋਰਟੀ ਈ ਰਿਕਸ਼ਾ ਜਿਹੜੇ ਨੇ ਉਹ ਕੰਪਨੀਆਂ ਬਣਾ ਰਹੀਆਂ ਜਿਨ੍ਹਾਂ ਨੇ ਸਰਕਾਰ ਤੋਂ ਕੋਈ ਪ੍ਰਵਾਨਗੀ ਨਹੀਂ ਲਈ। ਸਟੇਟ ਟਰਾਂਸਪੋਰਟ ਕਮਿਸ਼ਨ ਪ੍ਰਵਾਨਗੀ ਲੈਣਾ ਚਾਹੁੰਦੇ ਹੋਣ ਤੇ ਲੈ ਸਕਦੇ, ਲੈ ਲੈਣ ਜੀ, ਉਹਨਾਂ ਦੇ ਆਰ ਫ੍ਰੀ ਟੂ ਦੈਟ। ਸਟੇਟ ਟਰਾਂਸਪੋਰਟ ਕਮਿਸ਼ਨਰ, ਮੈਂ ਤਾਂ ਸਿਰਫ ਕਾਨੂੰਨ ਲਾਗੂ ਕਰਨ ਦੀ ਗੱਲ ਕਰ ਰਿਹਾ ਵਾਂ। ਸਟੇਟ ਟਰਾਂਸਪੋਰਟ ਕਮਿਸ਼ਨਰ ਕੋਲੋਂ ਆਥੋਰਾਈਜ਼ੇਸ਼ਨ ਮਿਲਦੀ ਹੈ, ਟ੍ਰੇਡ ਸਰਟੀਫਿਕੇਟ ਮਿਲਦਾ ਹੈ, ਔਰ ਉਸ ਤੋਂ ਬਾਅਦ ਹੀ ਬੰਦਾ ਜਿਹੜਾ ਆਪਣਾ ਈ ਰਿਕਸ਼ਾ ਵੇਚ ਸਕਦਾ। ਜਿਹੜੀ ਗੱਲ ਤੁਸੀਂ ਕੀਤੀ ਈ ਆਟੋਜ਼ ਦੀ, ਈ ਆਟੋਜ਼ ਦੇ ਵਿੱਚ ਹਾਲ ਦੀ ਘੜੀ 3 ਕੰਪਨੀਆਂ ਜਿਹੜੀਆਂ ਉਹਨਾਂ ਨੇ ਆਪਣੀ ਆਥੋਰਾਈਜ਼ੇਸ਼ਨ ਜਿਹੜੀ ਆ ਉਹ ਜਿਹੜੀ ਉੱਥੋਂ ਸਰਟੀਫਿਕੇਸ਼ਨ ਏਜੰਸੀ ਉੱਥੋਂ ਸਰਟੀਫਿਕੇਸ਼ਨ ਕਰਵਾਈ ਹੈ, ਫਿਰ ਸਟੇਟ ਟਰਾਂਸਪੋਰਟ ਕਮਿਸ਼ਨਰ ਤੋਂ ਪਰਮਿਸ਼ਨ ਲਈ ਹੈ। ਸੋ ਜਿਉਂ-ਜਿਉਂ ਹੋਰ ਆਈ ਜਾਣਗੀਆਂ, ਸਾਡੇ ਵੱਲੋਂ ਕੋਈ ਬੈਨ ਨਹੀਂ। ਜਿੰਨੀਆਂ ਕੰਪਨੀਆਂ ਸਟੇਟ ਟਰਾਂਸਪੋਰਟ ਕਮਿਸ਼ਨਰ ਤੋਂ ਬਣਾ ਕੇ ਲੈ ਕੇ ਆਉਣਗੀਆਂ, ਅਸੀਂ ਚਾਹੇ ਮਹਿੰਦਰਾ ਹੈ, ਪਿਆਜੀਓ, ਅਤੁਲ ਹੈ, ਜੇਕਰ ਕੋਈ ਹੋਰ ਚੌਥੀ ਕੰਪਨੀ ਵੀ ਆਉਂਦੀ ਆ, ਉਹ ਵੈਲਕਮ ਹੈਗੀ ਆ, ਅਸੀਂ ਉਹਨੂੰ ਉਸੇ ਵੇਲੇ ਰਜਿਸਟਰ ਕਰਾਂਗੇ। ਪਰ ਜਿਹੜੀ ਅਨਰਜਿਸਟਰਡ ਕੰਪਨੀਆਂ ਹੈਗੀਆਂ ਵਾ, ਜਿਨ੍ਹਾਂ ਨੇ ਕੋਈ ਨਾ ਟ੍ਰੇਡ ਸਰਟੀਫਿਕੇਟ ਲਿਆ, ਨਾ ਕੋਈ ਉਹਨਾਂ ਨੇ ਆਪਣਾ STC ਤੋਂ ਅਪਰੂਵਲ ਲਿਆ,
ਉਹਨਾਂ ਨੂੰ ਤੇ ਅਸੀਂ ਜਿਹੜਾ ਵਾ ਉਹ ਟ੍ਰੈਫਿਕ ਪੁਲਿਸ ਨੂੰ ਵੀ ਕਿਹਾ ਔਰ ਖਾਸ ਤੌਰ ਤੇ ਆਰਟੀ ਸਾਹਿਬ ਨੂੰ ਕਿਹਾ ਵੀ ਇਹ ਤੁਸੀਂ ਇਹ ਬਿਲਕੁਲ ਇਲੀਗਲ ਕੰਮ ਨਾ ਕਰਨ ਦਿਓ, ਲੋਕਾਂ ਇਸ ਚੀਜ਼ ਤੇ ਠੱਲ ਲਗਾਈਏ ਤਾਂ ਕਿ ਫਿਰ ਹੀ ਇਹ ਐਕਸਪੈਂਸ਼ਨ ਘਟੇਗੀ ਇਹਦੀ। ਨਤੀਜਾ ਨਿਕਲਿਆ ਇਸ ਮੀਟਿੰਗ ਦੇ, ਜਿਹੜੀ ਮੀਟਿੰਗ ਹੋਈ? ਨਤੀਜਾ ਜਿਹੜੇ ਜੈਨੂਨ ਬੰਦੇ ਹੋਣਗੇ ਜੀ, ਜਿਨ੍ਹਾਂ ਦੇ ਟ੍ਰੇਡ ਸਰਟੀਫਿਕੇਟ ਬਣੇ ਹੋਏ ਆ, ਜਿਹੜੇ ਪ੍ਰੋਪਰ ਅਥੋਰਾਈਜ਼ੇਸ਼ਨ ਨਾਲ ਵਿਕੇ ਨੇ, ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਦੇ ਲਈ ਅਸੀਂ ਸਰਕਾਰ ਨੂੰ ਹੀ ਕਿਹਾ ਹੈ ਕਿ ਕੋਈ ਇਹਦੇ ਬਾਰੇ ਡਿਸੀਜਨ ਲੈ ਲਿਆ ਜਾਵੇ ਕਿ ਪੁਰਾਣੇ ਬਕਾਏ ਬਾਰੇ ਕੀ ਕੀਤਾ ਜਾਣਾ। ਮੇਰਾ ਆਖਰੀ ਸਵਾਲ ਹੈ, ਉਹ ਈ ਰਿਕਸ਼ਾ ਚਾਲਕ ਜਿਹੜੇ ਨੇ, ਅਸੀਂ ਕੁਝ ਪਲਾਨ ਕਰਨ ਜਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਜੇਕਰ ਬਾਈ ਦੇ ਵੇ ਕੋਈ ਬੇਰੁਜ਼ਗਾਰ ਹੈ ਤਾਂ ਉਹਨੂੰ ਅਸੀਂ ਕੰਮ ਦੇਣ ਦੀਆਂ ਤਿਆਰੀਆਂ, ਕੋਈ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ, ਤੇ ਜਿਹੜੀ ਸਰਕਾਰੀ ਨੌਕਰੀ ਤੇ ਕਿਸੇ ਨੂੰ ਨਹੀਂ ਮਿਲ ਸਕਦੀ, ਹਰ ਇੱਕ ਨੂੰ ਨਹੀਂ ਮਿਲ ਸਕਦੀ, ਉਸ ਤਰ੍ਹਾਂ ਕੁਝ ਅਸੀਂ ਪਲਾਨ ਕਰਨ ਜਾ ਰਹੇ ਹਾਂ। ਜਿਹੜੇ ਲੋਕ ਵਿਹਲੇ ਘੁੰਮਦੇ ਪਏ ਨੇ, ਚੋਰੀਆਂ ਚਕਾਰੀਆਂ ਜਿਹੜੀਆਂ ਇਸੇ ਕਾਰਨ ਹੀ ਹੁੰਦੀਆਂ ਜਦੋਂ ਲੋਕ ਵਿਹਲੇ ਘੁੰਮਦੇ ਨੇ, ਉਹਨਾਂ ਵਾਸਤੇ ਕੁਝ ਕਰਨ ਜਾ ਰਹੇ ਹਾਂ। ਸਾਡੇ ਕੋਲ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਚੱਲ ਰਿਹਾ, ਜਿਹਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਜਿਹੜੇ ਨੇ, ਜਿਹੜਾ ਆਪਣਾ ਕੋਈ ਸੈਲਫ ਇੰਪਲੋਇਮੈਂਟ, ਆਪਣਾ ਕੋਈ ਸਵੈ ਰੁਜ਼ਗਾਰ ਕਰਨਾ ਚਾਹੁੰਦੇ ਨਾ, ਉਹਨਾਂ ਨੂੰ ਅਸੀਂ ਸਪਾਂਸਰ ਕਰਦੇ ਹਾਂ। ਸਾਡੇ ਬੈਂਕਾਂ ਨਾਲ ਟਾਈ ਅਪ ਹੈਗੇ ਨੇ, ਸੋ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਵਿੱਚ ਪ੍ਰਮੋਟ ਕਰਦੇ ਹਾਂ। ਔਰ ਉਹ ਜਿਹੜੇ ਕੋਈ ਬੈਂਕ ਤੋਂ ਲੋਨ ਲੈਣਾ ਹੈ, ਲੜਕੀ ਹੈ ਕੋਈ ਨੇ ਬੁਟੀਕ ਖੋਲ੍ਹਣਾ, ਬਿਊਟੀ ਪਾਰਲਰ ਖੋਲ੍ਹਣਾ ਹੈ, ਮੁੰਡੇ ਨੇ ਕਿਸੇ ਨੇ ਆਪਣਾ ਕਾਰਪੈਂਟਰੀ ਦਾ ਕੰਮ ਕਰਨਾ, ਕਿਸੇ ਨੇ, ਇਸ ਤਰ੍ਹਾਂ ਦੇ ਸਾਡੇ ਕੋਲ ਕੇਸ ਆਉਂਦੇ ਆ ਔਰ ਅਸੀਂ ਉਹਨਾਂ ਨੂੰ ਬੈਂਕਸ ਦੇ ਨਾਲ ਬੈਠ ਕੇ, ਲੀਡ ਬੈਂਕ ਮੈਨੇਜਰ ਨਾਲ ਬੈਠ ਕੇ ਬੈਂਕਾਂ ਦੇ ਨਾਲ ਉਹਨਾਂ ਨੂੰ ਟਾਈ ਅਪ ਕਰਾਉਂਦੇ, ਲੋਨ ਦਿਵਾਉਂਦੇ ਆ। ਪੜ੍ਹਾਈ ਕੀਤੀ ਹੋਵੇ ਭਾਵੇਂ ਅਨਪੜ੍ਹ ਹੋਵੇ, ਭਾਵੇਂ ਅਨਪੜ੍ਹ ਹੈ ਕੋਈ ਇਸ਼ੂ ਨਹੀਂ, ਪਰ ਉਹਨੂੰ ਸਕਿੱਲ ਆਉਣਾ ਚਾਹੀਦਾ। ਉਹ ਜਿਸ ਕੰਮ ਲਈ ਵੀ ਕਰ ਰਿਹਾ, ਉਹ ਬਿਨਾਂ ਇਹਦੇ ਵਿੱਚ ਕੋਈ ਜਿਹੜਾ ਬੈਂਕ ਹੈ ਉਹ ਸਾਡਾ ਸਪਾਂਸਰ ਕੀਤੇ ਹੋਏ ਕੇਸ ਨੂੰ ਪ੍ਰੈਫਰ ਕਰਦਾ। ਸੋ ਬਹੁਤ ਬਹੁਤ ਧੰਨਵਾਦ। ਗੱਲਬਾਤ ਸਾਂਝੀ ਕੀਤੀ ਹੈ, ਕਾਰਪੋਰੇਸ਼ਨ ਕਮਿਸ਼ਨਰ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਜਿਹੜੇ ਈ ਰਿਕਸ਼ਾ ਚਾਲਕ ਨੇ ਉਹਨਾਂ ਵਾਸਤੇ ਸਰਕਾਰ ਕੀ ਸੋਚਦੀ ਹੈ, ਕਿਉਂਕਿ ਉਹਨਾਂ ਵੱਲੋਂ ਸਿਰਫ ਇਹ ਕਿਹਾ ਜਾ ਰਿਹਾ ਕਿ ਸਾਡੇ ਈ ਰਿਕਸ਼ਾ ਬੰਦ ਨਾ ਕੀਤੇ ਜਾਣ। ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।